ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਅੰਮ੍ਰਿਤਮਈ ਉਪਦੇਸ਼ ਅੱਲਾਹੀ ਦਰਗਾਹੀ ਫਰਮਾਨ ਸਾਡੇ ਸੰਸਾਰਕ ਜੀਵਾਂ ਦੇ ਭਲੇ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਹੁਕਮ ਦੁਆਰਾ ਕੀ ਸਮਝਾ ਰਹੇ ਨੇ? ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ, ਮਨ ਗੁਰੂ ਚਰਨਾਂ ਵਿੱਚ ਟਿਕਾਈਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ। ਵਿਚਾਰ ਆਰੰਭ ਕਰਨ ਤੋਂ ਪਹਿਲੋਂ ਸੰਗਤਾਂ ਨੂੰ ਬੇਨਤੀ ਹੈ, ਜਦ ਗੁਰੂ ਕਾ ਹੁਕਮ ਹੁੰਦਾ ਹੈ, ਸਤਿਗੁਰਾਂ ਦਾ ਉਪਦੇਸ਼ ਜਦੋਂ ਲਿਆ ਜਾਂਦਾ ਹੈ ਤੇ ਭਾਗਾਂ ਵਾਲਿਓ ਸੰਗਤ ਵਿੱਚ ਟਿਕਾਓ ਦੇ ਨਾਲ ਇਕਾਗਰਤਾ ਦੇ ਨਾਲ ਬੈਠ ਕੇ ਸੁਣੀਏ, ਕਿਉਂਕਿ ਸਤਿਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਨੇ। ਅਸੀਂ ਪਰਿਕਰਮਾ ਕਰ ਰਹੇ ਹਾਂ ਜਾਂ ਦਰਬਾਰ ਸਾਹਿਬ ਵਿੱਚ ਤੁਰੇ ਫਿਰ ਰਹੇ ਹਾਂ ਤੇ ਸਾਹਿਬ ਜੀ ਗੁਰਮੁਖੋ ਗੁਰੂ ਕੀ ਇਸ ਤਰ੍ਹਾਂ ਨਰਾਦਰੀ ਹੈ। ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਹਾਂ, ਹਰ ਰੋਜ਼ ਨਵੀਂ ਸੰਗਤ ਆਉਂਦੀ ਹੈ ਤੇ ਭਾਗਾਂ ਵਾਲਿਓ ਜਦੋਂ ਹੁਕਮਨਾਮਾ ਸਾਹਿਬ ਹੁੰਦਾ ਹੈ ਤਾਂ ਸੰਗਤਾਂ ਇਕਾਗਰਤਾ ਦੇ ਨਾਲ ਜਿੱਥੇ ਵੀ ਖੜੇ ਹੁੰਦੇ ਨੇ ਦਰਬਾਰ ਸਾਹਿਬ ਜੀ ਦੇ ਵਿੱਚ ਸੰਗਤਾਂ ਉੱਥੇ ਹੀ ਬੈਠ ਜਾਂਦੀਆਂ ਨੇ। ਤੇ ਗੁਰਮੁਖੋ ਗੁਰੂ ਕਾ ਉਪਦੇਸ਼ ਵੱਡਾ ਵਡਮੁੱਲਾ ਹੈ। ਜੇ ਬੱਚੇ ਨੂੰ ਟੀਚਰ ਪੜ੍ਹਾ ਰਿਹਾ ਹੋਵੇ ਤੇ ਗੁਰਮੁਖੋ ਟੀਚਰ ਦੀ ਕਲਾਸ ਲੱਗੀ ਹੋਵੇ, ਬੱਚੇ ਨੂੰ ਪੜ੍ਹਾਈ ਜਾ ਰਿਹਾ ਹੋਵੇ, ਬੱਚਾ ਕਲਾਸ ਵਿੱਚ ਤੁਰਿਆ ਫਿਰੇ ਤੇ ਬੱਚੇ ਨੂੰ ਉਹ ਹੋਮਵਰਕ ਸਮਝ ਨਹੀਂ ਆਵੇਗਾ। ਜੇ ਅਸੀਂ ਕਿਸੇ ਤਕੜੇ ਵੱਡੇ ਮੰਤਰੀ ਨੂੰ ਮਿਲਣ ਜਾਈਏ ਤੇ ਗੁਰਮੁਖੋ ਉਹ ਗੱਲਾਂ ਕਰੀ ਜਾ ਰਿਹਾ ਹੋਵੇ, ਜਾਂ ਸਾਡੇ ਘਰ ਕੋਈ ਰਿਸ਼ਤੇਦਾਰ ਆਇਆ ਹੋਵੇ, ਅਸੀਂ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਈਏ ਤੇ ਉਹ ਗੱਲਾਂ ਸਾਨੂੰ ਸੁਣਾਈ ਜਾ ਰਿਹਾ ਹੋਵੇ, ਕੋਈ ਆਪਣੀ ਹੱਡ ਬੀਤੀ ਸੁਣਾ ਰਿਹਾ ਹੋਵੇ ਤੇ ਗੁਰਮੁਖੋ ਅਸੀਂ ਉਸ ਦੇ ਕਮਰੇ ਦੇ ਵਿੱਚ ਜਾਂ ਆਸੇ-ਪਾਸੇ ਤੁਰੇ ਫਿਰਾਂਗੇ ਤੇ ਉਹ ਵੀ ਕਹੇਗਾ ਕੈਸਾ ਮਨੁੱਖ ਹੈ, ਮੈਂ ਇਸ ਨੂੰ ਆਪਣੀਆਂ ਗੱਲਾਂ ਸੁਣਾ ਰਿਹਾ ਹਾਂ, ਇਹ ਗੱਲ ਹੀ ਨਹੀਂ ਸੁਣ ਰਿਹਾ। ਤੇ ਭਾਗਾਂ ਵਾਲਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਦੀਨ ਦੁਨੀਆ ਦੇ ਪਾਤਸ਼ਾਹ ਨੇ, ਦੀਨ ਦੁਨੀ ਕਾ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਿਆਲੂ ਕਿਰਪਾਲੂ ਨੇ ਤੇ ਭਾਗਾਂ ਵਾਲਿਓ ਗੁਰੂ ਕਾ ਉਪਦੇਸ਼ ਬੜਾ ਵਡਮੁੱਲਾ ਹੈ। ਸਾਡੇ ਜੀਵਨ ਜਿਉਣ ਦਾ ਗੁਰੂ ਢੰਗ ਸਾਨੂੰ ਦੱਸ ਰਹੇ ਨੇ। ਸਾਨੂੰ ਗੁਰੂ ਸਾਹਿਬ ਹੀਰੇ ਜਵਾਹਰਾਤ ਹੁਕਮ ਦੁਆਰਾ ਦੇ ਰਹੇ ਨੇ ਤੇ ਭਾਗਾਂ ਵਾਲਿਓ ਅਸੀਂ ਝੋਲੀ ਫੈਲਾ ਕੇ ਗੁਰੂ ਕੇ ਚਰਨਾਂ ਵਿੱਚ ਇਕਾਗਰਤਾ ਦੇ ਨਾਲ ਬੈਠੇ ਨਾ ਤੇ ਮਤਾ ਕਿਤੇ ਸਮਝਿਓ ਅਸੀਂ ਗੁਰੂ ਕੇ ਉਪਦੇਸ਼ ਨੂੰ ਜੀਵਨ ਵਿੱਚ ਵਸਾ ਲਿਆ। ਗੁਰੂ ਕੇ ਉਪਦੇਸ਼ ਨੂੰ ਸੁਣਨ ਦਾ ਵੀ ਇੱਕ ਡਿਸਿਪਲਨ ਹੈ, ਅਰਦਾਸ ਵਿੱਚ ਖੜਨ ਦਾ ਇੱਕ ਡਿਸਿਪਲਨ ਹੈ, ਗੁਰੂ ਕੀ ਪੰਗਤ ਵਿੱਚ ਬੈਠਣ ਦਾ ਡਿਸਿਪਲਨ ਹੈ, ਗੁਰੂ ਕੇ ਚਰਨਾਂ ਵਿੱਚ ਆਉਣ ਦਾ ਡਿਸਿਪਲਨ ਹੈ। ਸਤਿਗੁਰਾਂ ਨੇ ਰਹਿਤ ਮਰਜ਼ਾਦਾ ਦੇ ਵਿੱਚ ਸਾਨੂੰ ਸਭ ਕੁਝ ਸਮਝਾ ਦਿੱਤਾ। ਸਿੱਖ ਨੇ ਗੁਰੂ ਕੇ ਚਰਨਾਂ ਵਿੱਚ ਆਉਣਾ ਕਿਸ ਤਰ੍ਹਾਂ ਹੈ। ਸਾਹਿਬ ਕਹਿ ਰਹੇ ਹਨ, ਜਦੋਂ ਗੁਰੂ ਕੇ ਚਰਨਾਂ ਵਿੱਚ ਆਵੇਂ, ਸਾਦਾ ਲਿਬਾਸ ਪਹਿਨਿਆ ਹੋਵੇ, ਸਿਰ ਕੱਜ ਕੇ ਗੁਰੂ ਕੇ ਚਰਨਾਂ ਵਿੱਚ ਆਉਣਾ ਹੈ, ਕਿਉਂਕਿ ਗੁਰੂ ਘਰ ਦੀ ਮਰਜ਼ਾਦਾ ਹੈ। ਸਾਹਿਬ ਜੀ ਕਹਿ ਰਹੇ ਹਨ, ਸੰਗਤ ਵਿੱਚ ਜਦੋਂ ਬੈਠਣਾ ਹੈ ਇਕਾਗਰਤਾ ਦੇ ਨਾਲ ਸੰਗਤ ਵਿੱਚ ਬੈਠੀ, ਤੇਰੀ ਆਵਾਜ਼ ਦੇ ਨਾਲ ਜਾਂ ਤੇਰੀ ਹਿਲ ਚੁਲ ਦੇ ਨਾਲ ਦੂਸਰੇ ਦਾ ਧਿਆਨ ਟੁੱਟੇ। ਪਾਤਸ਼ਾਹ ਜੀ ਕਹਿ ਰਹੇ ਹਨ, ਤੂੰ ਦੂਸਰਿਆਂ ਦਾ ਕਈਆਂ ਦਾ ਧਿਆਨ ਜੋੜ ਦਿੱਤਾ, ਆਪ ਤੇ ਸੁਣਿਆ ਨਹੀਂ, ਹੋਰਨਾਂ ਨੂੰ ਵੀ ਸੁਣ ਨਹੀਂ ਦਿੱਤਾ। ਤੇ ਇਸ ਲਈ ਸਤਿਗੁਰੂ ਜੀ ਸਾਨੂੰ ਇਕਾਗਰਤਾ ਦੇ ਰਹੇ ਨੇ। ਸੰਗਤ ਵਿੱਚ ਬੈਠ ਕੇ ਸੁਣਨਾ ਕਿਵੇਂ ਹੈ? ਕਿਉਂਕਿ ਹੁਕਮਨਾਮੇ ਤੋਂ ਪਹਿਲੋਂ ਗੁਰਮੁਖੋ ਮੰਗਲਾ ਚਰਨ ਲਿਆ ਜਾਂਦਾ ਹੈ। ਹੁਕਮਨਾਮੇ ਦੀ ਆਰੰਭਤਾ ਤੋਂ ਪਹਿਲੋਂ ਮੰਗਲਾ ਚਰਨ ਲਿਆ ਜਾਂਦਾ ਹੈ। ਇਸ ਤੋਂ ਭਾਵ ਹੈ ਕਿ ਐ ਬੰਦੇ ਆਪਣੇ ਮਨ ਨੂੰ ਤਿਆਰ ਕਰ ਲੈ, ਗੁਰੂ ਤੇਰੇ ਝੋਲੀ ਵਿੱਚ ਬਖਸ਼ਾਂ ਪਾਉਣ ਲੱਗੇ ਨੇ, ਸਤਿਗੁਰੂ ਜੀ ਤੇਰੀ ਝੋਲੀ ਵਿੱਚ ਦਾਤਾਂ ਪਾਉਣ ਲੱਗੇ ਨੇ। ਆਪਣੇ ਮਨ ਨੂੰ ਟਿਕਾਓ ਦੇ ਵਿੱਚ
ਕਰ ਆਪਣੇ ਮਨ ਨੂੰ ਤਿਆਰ ਕਰ ਲੈ। ਮਨ ਨੂੰ ਤਿਆਰ ਕਰਨ ਵਾਸਤੇ ਮੰਗਲਾ ਚਰਨ ਪੜ੍ਹਿਆ ਜਾਂਦਾ ਹੈ। ਅਰਦਾਸ ਦੀ ਇਕਾਗਰਤਾ ਵਾਸਤੇ ਪਹਿਲੋ ਤੂੰ ਠਾਕੁਰ ਤੁਮ ਪਹਿ ਅਰਦਾਸ ਜਾਂ ਤੁਧ ਆਗੇ ਅਰਦਾਸ ਹਮਾਰੀ ਪੜ੍ਹਿਆ ਜਾਂਦਾ ਹੈ। ਗੁਰਮੁਖੋ, ਜੋ ਮਨੁੱਖ ਬੈਠੇ ਨੇ ਇਤਨੇ ਸਮੇਂ ਵਿੱਚ ਖੜੇ ਹੋ ਜਾਣ ਤੇ ਆਪਣੇ ਮਨ ਨੂੰ ਟਿਕਾ ਕੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਨ। ਸਾਹਿਬ ਜੀ ਨੇ ਹਰ ਇੱਕ ਪੱਖੋਂ ਸਾਨੂੰ ਮਰਜ਼ਾਦਾ ਦੇਣੀ ਕੀਤੀ। ਇਸ ਲਈ ਭਾਗਾਂ ਵਾਲਿਓ, ਗੁਰੂ ਕੀ ਮਰਜ਼ਾਦਾ ਨੂੰ, ਗੁਰ ਉਪਦੇਸ਼ ਨੂੰ ਆਪਣੇ ਮਨਾਂ ਵਿੱਚ ਕਿਵੇਂ ਵਸਾਉਣਾ ਹੈ, ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ। ਅੱਜ ਦਾ ਹੁਕਮ ਵੱਡਾ ਸਤਿਗੁਰਾਂ ਨੇ ਬੈਰਾਗ ਦੇ ਵਿੱਚ ਆ ਕੇ ਸਤਿਗੁਰਾਂ ਨੇ ਸਾਨੂੰ ਜੋ ਬਖਸ਼ਾਂ ਦਿੱਤੀਆਂ, ਆਓ ਮਨੋਬਿਰਤੀਆਂ ਇਕਾਗਰ ਕਰਕੇ ਸਮਝੀਏ ਜੀ। ਟੋਡੀ ਮਹੱਲਾ ਪੰਜਵਾਂ। ਅੱਜ ਦਾ ਪਾਵਨ ਉਪਦੇਸ਼ ਟੋਡੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਭਾਵ ਪੰਚਮ ਸ਼ਹਿਨਸ਼ਾਹ, ਪੰਚਮ ਗੁਰਦੇਵ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਬਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਵਾਕ ਹੈ। ਤੋ ਜੋ ਪਹਿਲੀਆਂ ਪੰਕਤੀਆਂ ਹਨ, ਰਹਾਉ ਵਾਲਾ ਬੰਦ ਹੈ। ਸਤਿਗੁਰੂ ਜੀ ਕੀ ਫਰਮਾ ਰਹੇ ਨੇ? ਸਤਿਗੁਰ ਆਇਓ ਸ਼ਰਨ ਤੁਹਾਰੀ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪੰਚਮ ਗੁਰਦੇਵ ਦੇਖੋ ਕਿਵੇਂ ਅਰਦਾਸ ਕਰਨ ਦਾ ਸਾਨੂੰ ਢੰਗ ਸਿਖਾ ਰਹੇ ਨੇ। ਜਦੋਂ ਗੁਰੂ ਕੇ ਚਰਨਾਂ ਵਿੱਚ ਭਾਵਨਾ ਕਰਕੇ, ਮਨ ਕਰਕੇ ਚੱਲ ਕੇ ਆਵੇਂਗਾ, ਸਾਹਿਬ ਜੀ ਕਹਿ ਰਹੇ ਨੇ ਸਤਿਗੁਰ ਆਇਓ ਸ਼ਰਨ ਤੁਹਾਰੀ। ਹੇ ਅਕਾਲ ਪੁਰਖ ਪਰਮਾਤਮਾ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੀ ਕਿਰਪਾ, ਤੁਹਾਡੀ ਰਹਿਮਤ, ਤੁਹਾਡੀ ਦਇਆ ਕਰਕੇ ਆਇਆ ਹਾਂ। ਤੇ ਸਾਹਿਬ ਕਹਿ ਰਹੇ ਹਨ ਸੰਗਤ ਵਿੱਚ ਆਉਣ ਦੇ ਨਾਲ ਵੇਖੋ ਕੀ ਕੀ ਸੁੱਖ ਮਿਲਦੇ ਨੇ। ਸੰਗਤ ਵਿੱਚ ਆ ਕੇ ਅਸੀਂ ਗੁਰਮੁਖੋ ਨਾਮ ਨਾ ਸੁਣਿਆ ਤੇ ਸਤਿਗੁਰਾਂ ਨੇ ਬਾਣੀ ਵਿੱਚ ਸਾਨੂੰ ਕੀ ਕਹਿ ਦਿੱਤਾ, ਕੀ ਸਮਝਾ ਦਿੱਤਾ। ਸਾਹਿਬ ਜੀ ਕਹਿ ਰਹੇ ਹਨ ਸਾਧ ਨਾ ਦੇਖੈ ਨੈਣ ਸੇ ਸਾਧ ਬਹਾਲਿਆ, ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਵਿਸਰੈ ਗੋਵਿੰਦ ਰਾਏ ਦਿਨੋਂ ਦਿਨ ਕੱਟੀਐ। ਸਾਹਿਬ ਕਹਿ ਰਹੇ ਹਨ ਗੁਰੂ ਕੇ ਚਰਨਾਂ ਵਿੱਚ ਆ ਕੇ ਗੁਰ ਉਪਦੇਸ਼ ਨੂੰ ਟਿਕਾਓ ਦੇ ਨਾਲ ਸੁਣਿਆ ਨਹੀਂ। ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਸਤਿਗੁਰੂ ਜੀ ਕਹਿ ਰਹੇ ਹਨ ਸੰਗਤ ਵਿੱਚ ਆ ਕੇ ਵੀ ਟਿਕਾਓ ਦੇ ਨਾਲ ਨਹੀਂ ਬੈਠਾ ਤੇ ਗੁਰੂ ਕੇ ਉਪਦੇਸ਼ ਨੂੰ ਆਪਣੇ ਮਨ ਵਿੱਚੋਂ ਦੀਦਾਰ ਨਹੀਂ ਕੀਤੇ, ਕਿਉਂਕਿ ਗੁਰੂ ਕੇ ਹੁਕਮ ਦੇ ਵਿੱਚੋਂ ਗੁਰੂ ਕੇ ਦਰਸ਼ਨ ਨੇ। ਗੁਰੂ ਕਾ ਹੁਕਮ ਇਕਾਗਰਤਾ ਦੇ ਨਾਲ ਸੁਣਨਾ, ਆਪਣੇ ਮਨ ਅੰਦਰ ਭਾਵ ਬਣਾ ਲੈਣਾ, ਆਪਣੇ ਮਨ ਅੰਦਰ ਭਾਵਨਾ ਬਣਾ ਲੈਣੀ। ਸਤਿਗੁਰੂ ਜੀ ਕਹਿ ਰਹੇ ਹਨ ਇੱਕ ਮਨ ਇੱਕ ਚਿੱਤ ਹੋ ਕਰਕੇ ਜਦੋਂ ਸੁਣੇਗਾ ਗੁਰੂ ਕੇ ਉਪਦੇਸ਼ ਦੇ ਵਿੱਚੋਂ ਤੈਨੂੰ ਦੀਦਾਰ ਹੋ ਜਾਣਗੇ। ਤੇ ਸਤਿਗੁਰਾਂ ਨੇ ਕਹਿ ਦਿੱਤਾ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਉਹ ਨੈਣ ਬਿਹਾਲ ਹੋਏ ਪਏ ਨੇ। ਸਾਹਿਬ ਜੀ ਕਹਿ ਰਹੇ ਹਨ ਸੰਸਾਰ ਦੇ ਰਸ ਚੱਕ ਤੱਕ ਕੇ ਸੰਸਾਰ ਦੇ ਵਿਕਾਰਾਂ ਦਾ ਅੱਗੇ ਪਰਦਾ ਪਿਆ ਹੋਇਆ ਹੈ। ਮਨੁੱਖ ਨੂੰ ਸਮਝ ਨਹੀਂ ਆਈ ਕਿ ਦਰਸ਼ਨ ਕੀ ਨੇ, ਮਨੁੱਖ ਨੂੰ ਸਮਝ ਨਹੀਂ ਆਏ ਕਿ ਗੁਰੂ ਕੇ ਦੀਦਾਰ ਕਿਸ ਤਰ੍ਹਾਂ ਕਰਨੇ ਨੇ। ਸਤਿਗੁਰਾਂ ਨੇ ਹਰ ਬਾਤ ਸਾਨੂੰ ਖੋਲ੍ਹ ਕੇ ਸਮਝਾ ਦਿੱਤੀ। ਦੂਸਰੀ ਬਾਤ ਸਤਿਗੁਰਾਂ ਨੇ ਕਹੀ, ਪਹਿਲੀ ਬਾਤ ਨੈਣ ਨਾ ਦੇਖੈ ਸਾਧ ਸੇ ਸਾਧ ਬਹਾਲਿਆ, ਤੇ ਅੱਗੇ ਸਤਿਗੁਰਾਂ ਨੇ ਕਹਿ ਦਿੱਤਾ ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ। ਜੇ ਕੰਨਾਂ ਦੇ ਨਾਲ ਰੱਬ ਜੀ ਦੇ ਨਾਮ ਨੂੰ ਸੁਣਿਆ ਨਹੀਂ, ਸੰਗਤ ਵਿੱਚ ਆ ਕੇ ਕੰਨਾਂ ਦੇ ਨਾਲ ਸੁਣ ਕੇ ਆਪਣੇ ਹਿਰਦੇ ਤੱਕ ਨਹੀਂ ਲੈ ਕੇ ਗਿਆ, ਸਾਹਿਬ ਜੀ ਕਹਿ ਰਹੇ ਹਨ ਆਉਣ ਵਾਲਾ ਜੋ ਤੇਰਾ ਸਮਾਂ ਹੋਵੇਗਾ ਗੁਰੂ ਤੈਨੂੰ ਕੰਨਾਂ ਤੋਂ ਮੁੰਦ ਕੇ ਘੱਲੇਗਾ, ਭਾਵ ਆਉਣ ਵਾਲੇ ਸਮੇਂ ਦੇ ਵਿੱਚ ਸੁਣ ਨਹੀਂ ਸਕੇਗਾ। ਸਾਹਿਬ ਕਹਿ ਰਹੇ ਹਨ ਤੇਰੇ ਵਰਗਾ ਇੱਕ ਕਿਰਤ ਘਨ ਨਹੀਂ ਹੋ ਸਕਦਾ, ਕਿਉਂਕਿ ਗੁਰੂ ਕੇ ਨਾਮ ਨੂੰ ਸੁਣਿਆ ਨਹੀਂ। ਸੰਗਤ ਵਿੱਚ ਆ ਕੇ ਗੁਰ ਉਪਦੇਸ਼ ਨੂੰ ਸੁਣਿਆ ਨਹੀਂ, ਮੰਨਿਆ ਨਹੀਂ, ਕਿਉਂਕਿ ਗੁਰਮੁਖੋ ਇਹ ਜੀਵਨ ਹੀ ਸਾਨੂੰ ਮਿਲਿਆ ਹੈ ਰੱਬ ਜੀ ਦੀ ਇਬਾਦਤ ਕਰਨ ਵਾਸਤੇ। ਤੀਜੀ ਬਾਤ ਸਤਿਗੁਰਾਂ ਨੇ ਕਹੀ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਸਾਹਿਬ ਜੀ ਕਹਿ ਰਹੇ ਹਨ ਜੇ ਰਸਨਾ ਰੱਬ ਜੀ ਦੇ ਨਾਮ ਨੂੰ ਜਪ ਨਹੀਂ ਰਹੀ, ਪੰਚਮ ਗੁਰਦੇਵ ਕਹਿ ਰਹੇ ਹਨ ਇੱਕ ਇੱਕ ਤਿਲ ਜਿੰਨੀ ਕਰਕੇ ਕੱਟੀ ਜਾਵੇ। ਜੇ ਰੱਬ ਜੀ ਦੀ ਨਾਮ ਇਸ ਰਸਨਾ ਦੇ ਨਾਲ ਨਹੀਂ ਜਪਿਆ ਤੇ ਰਸਨਾ ਵੀ ਕਿਸੇ
ਕਿਸੇ ਕੰਮ ਦੀ ਨਹੀਂ। ਭਾਗਾਂ ਵਾਲਿਓ, ਗੁਰੂ ਕੇ ਚਰਨਾਂ ਵਿੱਚ ਨਹੀਂ ਬੈਠੇ, ਗੁਰ ਉਪਦੇਸ਼ ਵਿੱਚੋਂ ਗੁਰੂ ਕੇ ਦੀਦਾਰ ਨਹੀਂ ਕੀਤੇ। ਸਾਹਿਬ ਜੀ ਕਹਿ ਰਹੇ ਹਨ, ਕੰਨਾਂ ਦੇ ਨਾਲ ਗੁਰ ਉਪਦੇਸ਼ ਨੂੰ ਸੁਣਿਆ ਨਹੀਂ, ਜੀਵ ਦੇ ਨਾਲ ਰੱਬ ਜੀ ਨੂੰ ਜਪਿਆ ਨਹੀਂ। ਤੇ ਸਤਿਗੁਰੂ ਜੀ ਕਹਿ ਰਹੇ ਹਨ, ਹਰ ਹਾਂ ਜਬ ਵਿਸਰੈ ਗੋਵਿੰਦ ਰਾਏ, ਦਿਨੋਂ ਦਿਨ ਘਟੀਐ ਹੇ ਰੱਬ ਜੀ। ਜਦੋਂ ਅਕਾਲ ਪੁਰਖ ਹਿਰਦੇ ਵਿੱਚੋਂ ਵਿਸਰ ਗਿਆ, ਦਿਨੋਂ ਦਿਨ ਮਨੁੱਖ ਛੋਟਾ ਹੁੰਦਾ ਜਾਂਦਾ ਹੈ, ਦਿਨੋਂ ਦਿਨ ਆਰਜਾ ਘਟਦੀ ਜਾਂਦੀ ਹੈ। ਤੇ ਭਾਗਾਂ ਵਾਲਿਓ, ਇੱਕ ਨਗਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਗਏ। ਤੇ ਗੁਰਮੁਖੋ, ਨਗਰ ਦੇ ਬਾਹਰ ਬੈਠ ਕੇ, ਗਰਮੀਆਂ ਦਾ ਸਮਾਂ ਹੈ, ਤੇ ਜਦ ਜਿੱਥੇ ਬੈਠੇ ਸਨ, ਸਾਹਮਣੇ ਸ਼ਮਸ਼ਾਨ ਘਾਟ ਬਣਿਆ ਹੋਇਆ ਹੈ। ਸ਼ਮਸ਼ਾਨ ਘਾਟ ਦੇ ਉੱਪਰ ਗੁਰਮੁਖੋ ਲੋਕਾਂ ਦੀ ਉਮਰ ਲਿਖੀ ਹੋਈ ਹੈ। ਕਿਸੇ ਦੀ 1 ਦਿਨ, ਕਿਸੇ ਦੀ ਅੱਧਾ ਘੰਟਾ, ਕਿਸੇ ਦੀ ਘੰਟਾ, ਕਿਸੇ ਦੀ 2 ਘੰਟੇ, ਕਿਸੇ ਦੀ 4 ਘੰਟੇ, ਕਿਸੇ ਦੀ 6 ਮਹੀਨੇ, ਸਾਲ ਲਿਖੀ ਹੋਈ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਰਦਾਨਾ ਜੀ ਨੇ ਹੈਰਾਨ ਹੋ ਕੇ ਪੁੱਛਿਆ, ਬਾਬਾ ਆ ਸਾਹਮਣੇ ਸ਼ਮਸ਼ਾਨ ਘਾਟ ਹੈ, ਇਸ ਸ਼ਮਸ਼ਾਨ ਘਾਟ ਦੇ ਉੱਤੇ ਉਮਰਾਂ ਲੋਕਾਂ ਦੀ ਲਿਖੀ ਹੋਈ ਹੈ, ਇਸ ਨਗਰ ਦੇ ਲੋਕਾਂ ਦੀ ਇੰਨੀ ਉਮਰ ਘੱਟ ਕੀ ਕਾਰਨ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ, ਇਸ ਨਗਰ ਦੇ ਲੋਕ ਸਤ ਸੰਗਤ ਕਰਨ ਵਾਲੇ ਨੇ, ਇਸ ਨਗਰ ਦੇ ਲੋਕ ਰੱਬ ਜੀ ਨੂੰ ਧਿਆਉਣ ਵਾਲੇ ਨੇ, ਇਸ ਨਗਰ ਦੇ ਲੋਕ ਅਕਾਲ ਪੁਰਖ ਜੀ ਦੀ ਇਬਾਦਤ ਦੇ ਵਿੱਚ ਆਪਣੇ ਆਪ ਨੂੰ ਟਿਕਾਉਂਦੇ ਨੇ। ਤੇ ਸਾਹਿਬ ਕਹਿ ਰਹੇ ਹਨ, ਜੋ ਤੂੰ ਉਮਰ ਤੱਕ ਰਿਹਾ ਹੈ, ਜਿਤਨਾ ਸਮਾਂ ਇਹਨਾਂ ਨੇ ਰੱਬ ਜੀ ਦੀ ਇਬਾਦਤ ਕੀਤੀ, ਕੇਵਲ ਉਹ ਉਮਰ ਲਿਖੀ ਹੈ ਜਿਹੜੀ ਉਮਰਾਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਯਾਦ ਵਿੱਚ ਗੁਜ਼ਰੀ, ਜਿਹੜੀ ਸੰਸਾਰ ਦੇ ਰਸਾਂ ਵਿੱਚ ਗੁਜ਼ਰ ਗਈ, ਉਹ ਉਮਰ ਕਿਸੇ ਲੇਖੇ ਨਹੀਂ ਪੈਣੀ। ਸਤਿਗੁਰਾਂ ਨੇ ਕਹਿ ਦਿੱਤਾ, ਜਿਤਨਾ ਸਮਾਂ ਤੂੰ ਰੱਬ ਜੀ ਦੀ ਇਬਾਦਤ ਕੀਤੀ, ਮਨ ਕਰਕੇ ਧਿਆਇਆ, ਉਤਨੀ ਉਮਰ ਲੇਖੇ ਦੇ ਵਿੱਚ ਪਵੇਗੀ। ਭਾਈ ਨੰਦ ਲਾਲ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਸਿੱਖ, ਕਹਿ ਰਹੇ ਨੇ, ਉਮਰ ਉਹੀ ਵਿੱਚ ਲਿਖੇ ਦੇ ਜਿਹੜੀ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਮੁਜਰੇ ਤੋਂ ਭਾਵ ਦਰਗਾਹ, ਰੱਬ ਜੀ ਦੀ ਦਰਗਾਹ ਦੇ ਵਿੱਚ ਉਹੀ ਉਮਰ ਪ੍ਰਵਾਨ ਹੁੰਦੀ ਹੈ ਜਿਤਨੀ ਉਮਰ ਰੱਬ ਜੀ ਨੂੰ ਧਿਆਇਆ ਹੋਵੇ, ਜਿਤਨੇ ਸਵਾਸ ਰੱਬ ਜੀ ਨੂੰ ਧਿਆਏ ਹੋਣ। ਤੇ ਭਾਗਾਂ ਵਾਲਿਓ, ਸਤਿਗੁਰਾਂ ਨੇ 8 ਪਹਿਰ ਧਿਆਉਣ ਦੀ ਬਾਤ ਕੀਤੀ। 8 ਪਹਿਰ ਸਾਲਾਹੇ ਸਿਰਜਨਹਾਰ ਤੂੰ, ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰਹ। ਹੇ ਅਕਾਲ ਪੁਰਖ ਜੀਓ, ਮੇਰੇ ਉੱਤੇ ਕਿਰਪਾ ਕਰ ਦਿਓ। ਤੇਰੀ ਦਾਤ ਦਿੱਤਾ ਹੋਇਆ ਇਹ ਸਰੀਰ ਹੈ, ਤੇਰੀ ਦਾਤ ਦਿੱਤੇ ਹੋਏ ਇਹ ਸਵਾਸ ਨੇ, ਤੇਰੀ ਦਾਤ ਦਿੱਤੇ ਹੋਏ ਪਦਾਰਥ ਨੇ, ਤੇਰੀ ਦਾਤ ਦਿੱਤਾ ਹੋਇਆ ਮੈਂ ਸੰਸਾਰ ਤੇ ਆਇਆ ਹਾਂ। ਰਹਿਮਤ ਕਰੋ ਮੇਰੇ ਹਿਰਦੇ ਅੰਦਰ 8 ਪਹਿਰ ਰੱਬ ਜੀ ਦਾ ਨਾਮ ਚੱਲੇ। ਤੇ ਗੁਰਮੁਖੋ, ਅੱਜ ਦੇ ਸਮੇਂ ਦੇ ਵਿੱਚ ਕਿਹਾ ਜਾਂਦਾ ਹੈ, ਆਪਣੇ 24 ਘੰਟਿਆਂ ਦੇ ਵਿੱਚ ਤੂੰ ਜਸਵੰਤ ਕੱਢ, ਪਰ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ 24 ਘੰਟੇ ਹੀ ਤੇਰੇ ਹਿਰਦੇ ਅੰਦਰ ਨਾਮ ਦੀ ਰੌਂ ਚੱਲੇ। ਮੁਖ ਤੋਂ ਬੋਲਣ ਦੀ ਜ਼ਰੂਰਤ ਨਹੀਂ, ਹਿਰਦੇ ਅੰਦਰੋਂ ਆਪਣੇ ਆਪ ਚੱਲੇਗਾ। ਕਿਉਂਕਿ ਗੁਰਮੁਖੋ, ਜੇ ਮਨੁੱਖ ਬੋਰ ਕਰਦਾ ਹੈ, ਪਹਿਲੋਂ ਬੋਰ ਕਰਕੇ ਉੱਪਰੋਂ ਪਾਣੀ ਕੱਢਣਾ ਪੈਂਦਾ ਹੈ, ਤੇ ਉਸ ਤੋਂ ਬਾਅਦ ਨਲਕਾ ਗੇੜੋਗੇ, ਆਪਣੇ ਆਪ ਪਾਣੀ ਆ ਜਾਵੇਗਾ। ਸਾਹਿਬ ਜੀ ਕਹਿ ਰਹੇ ਹਨ, ਐ ਬੰਦੇ, ਇੱਕ ਵਾਰ ਤੈਨੂੰ ਮਿਹਨਤ ਕਰਨੀ ਪਵੇਗੀ, ਇੱਕ ਵਾਰ ਮਿਹਨਤ ਕਰਕੇ ਤੈਨੂੰ ਆਪਣੇ ਮਨ ਅੰਦਰ ਬੋਰ ਕਰਨਾ ਪਵੇਗਾ। ਤੇ ਉਸ ਤੋਂ ਬਾਅਦ ਜਦੋਂ ਗੁਰੂ ਕੇ ਨਾਮ ਨੂੰ ਧਿਆਵੇਂਗਾ, ਜਪਣਾ ਸ਼ੁਰੂ ਕਰੇਗਾ, ਆਪਣੇ ਆਪ ਹਿਰਦੇ ਵਿੱਚੋਂ ਅੰਮ੍ਰਿਤ ਉਛਾਲਾ ਮਾਰੇਗਾ, ਆਪਣੇ ਆਪ ਹਿਰਦੇ ਵਿੱਚੋਂ ਅੰਮ੍ਰਿਤ ਛਲਕੇਗਾ ਜਦੋਂ ਧਿਆਵੇਂਗਾ। ਇਸ ਲਈ ਭਾਗਾਂ ਵਾਲਿਓ, ਇੱਕ ਵਾਰ ਸਾਨੂੰ ਮਿਹਨਤ ਕਰਕੇ, ਉਦਮ ਕਰਕੇ ਰੱਬ ਜੀ ਦੇ ਨਾਮ ਨੂੰ ਹਿਰਦੇ ਤੱਕ ਲੈ ਕੇ ਜਾਣਾ ਹੈ। ਜਦੋਂ ਹਿਰਦੇ ਵਿੱਚੋਂ ਗੁਰੂ ਪ੍ਰਗਟ ਹੋ ਗਿਆ, ਜਦੋਂ ਗੁਰਮੁਖੋ ਜਮੀਰ ਜਾਗ ਗਈ, ਜਦੋਂ ਮਨੁੱਖ ਬੰਦੇ ਨੂੰ ਬੰਦਾ ਸਮਝਣ ਲੱਗ ਗਿਆ, ਦੂਸਰੇ ਦੇ ਦਰਦ ਨੂੰ ਮਹਿਸੂਸ ਕਰਨ ਲੱਗ ਗਿਆ, ਕੁਦਰਤ ਦੇ ਨਾਲ ਪਿਆਰ ਕਰਨ ਲੱਗਿਆ, ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਚੇਤਾ ਰੱਖੀ, ਉਦੋਂ ਸਹੀ ਇਨਸਾਨ ਵਾਲੀ ਮਨੁੱਖ ਵਾਲੀ ਜੂਨ ਵਿੱਚ ਆ ਜਾਵੇਂਗਾ। ਮਾਨਸ ਕੀ ਜਾਤ ਸਵੈ ਏਕੈ ਪਹਿਚਾਨਵੋ, ਜਦੋਂ ਜਾਤੀਆਂ ਪਾਤੀਆਂ ਤੋਂ ਉੱਪਰ ਉੱਠ ਜਾਵੇਂਗਾ, ਜਦੋਂ ਗੁਰੂ ਕੇ ਚਰਨਾਂ ਵਿੱਚ ਆ ਕੇ ਕੇਵਲ ਇੱਕ ਨਾਮ ਮੰਗੇਗਾ, ਮੰਗੋ ਦਾਨ
ठाकुर नाम। जदों समझ आ गई केवल एक नाम मंगिया, अवर कछु मेरा संग न चालै, मिलै कृपा गुण गाम। जदों केवल गुरु के नाम नूं मंगिया, साहिब जी कह रहे हैं सारियां दातां अपने आप तेरी झोली विच आ जाणगियां। इसलिए अरदास कर सतगुर आयो शरण तुहारी। गुरु जी तेरे चरणों दे विच आया हाँ, तेरी रहमत तेरी कृपा तेरी बुलाए ते मैं आया हाँ। भागां वालिओ गुरु दी कनेरी नदर हुंदी है तां गुरु के चरणों विच चल के आउणे हाँ। अपने कर्म मनुख ने आप बनाउणे ने। मनुख कहंदा है ਉਹ ਹੋਵੇਗਾ जो कर्मां दे विच लिखिया है। साहिब जी कह रहे हैं भोले इंसान, जो तू हुण कर्म कर रहा है, जो कर रहा है असल दे विच यही तेरे कर्म ने। क्योंकि गुरमुखो जितनियां जूना संसार ते ने सारियां रब जी दे हुक्म दे विच ने, सारियां उस दे हुक्म दे विच चल रहीआं ने। वेखो उस दे हुक्म दे विच चल रहीआं, उस दे हुक्म दे विच कर रहीआं ने। पातशाह जी कह रहे हैं एक मनुख ही है जो रब दे हुक्म दे विचों बाहर है, रब दे हुक्म दे विच नहीं चल रहा। जो गुरु ने ते कह दिता जो गुर कहे सोई भल मानो। मनुख ने कितना क मन्निया, सतगुरां ने कह दिता ऐ सिखा दोनों टाइम गुरु के चरणों विच आके जुड़ के बैठ। मनुख ने कितना क मन्निया, गुरु ने कह दिता तू धोखा धड़ी नहीं करनी, ते गुरमुखो मनुख ने कितना क मन्निया। गुरु ने कह दिता तू किसी दा बुरा नहीं सोचना, मनुख ने कितना क मन्निया। गुरु ने कह दिता किसी दा बुरा सोच के किसी दा बुरा करना नहीं, कितना क मनुख ने मन्निया। सतगुरां ने हर एक काम तो रोकिया। साहिब जी कह रहे हैं कुदरत दे नाल प्यार करी। मनुख ने गुरमुखो वध झाड़ लैण वास्ते कुदरत दे नाल ही खिलवाड़ कर दिता, दरख्त कट दिते, कुदरत धरती दी हिक पाड़ पाड़ के जहर पा दिता। साहिब जी कह रहे हैं अज बीमारियां दे नाल घिरिया है, अज विपतावां दे नाल घिरिया है। ये मनुख दे अपने कर्म ने। मनुख गुरमुखो जितना क गुरु ने सानू देना है उतने विच ही रखना है। मनुख जितने भी यतन कर लवे ते जिथे सतगुरां ने सानू रखना है उत्थे ही रखना है। जिन्ना देना है अपनी रजा दे विच उसने दे ही देना है। मनुख बहुता यतन करेगा, बहुतियां कोशिशां करेगा, बहुतियां सियाणपां किसे काम नहीं आउंदियां, चतुराइयां सियाणपां किते काम ना आईयां। साहिब जी कह रहे हैं सहस सियाणपा लख होए तां एक ना चले नाल। जदों गुरु नूं सब तो मूहरे लैके चलांगे, गुरु भी सानू संसार विच सब तो मूहरे रखेगा। जदों गुरमुखो असीं गुरु नूं कदी पुछिया नहीं करना की है, करना किस तरह है, ते मता किते सोचियो असीं गुरु दीयां खुशियां ले लवांगे। सिख दा फर्ज है सब तो पहलो गुरु के चरणों विच अरदास करे, गुरु का हुक्म लवे, गुरु की आग्ञा लवे। हर एक काम करदा है गुरु की आग्ञा दे नाल करे। जे गुरु दी आग्ञा नहीं लई गुरमुखो अपने मन आईयां कीतियां, पातशाह जी कह रहे हैं फिर मनुख भालदा है मेरे जीवन विच केवल सुख ही सुख होण। साहिब जी कह रहे हैं दुख आप सहेड़े ने, सुखां नूं भालदा है, जे दुख सहेड़े ने ते झलने भी पैणगे। इसलिए सतगुरु जी कह रहे हैं जदों भावना दे नाल प्यार दे नाल गुरु के चरणों में चल के आया, सतगुर आयो शरण तुहारी। की कुछ मिलेगा गुरु के चरणों में आके, की बख्शिशां मिलदियां ने गुरु की मनन दे नाल, की बख्शिशां मिलदियां ने गुरु के मुताबिक चलन दे नाल। साहिब कह रहे हैं मिलै सुख। वेखो गुरु नूं मंग लिया, सुख अपने आप आ गए। नाम हर सोभा, रब जी दा नाम अपने आप हिरदे अंदर वस जावेगा जदों गुरु नूं मंग लिया। हर सोभा संसार दे विच शोभा होवेगी, रब जी दी दरगाह विच सन्मानिया जावेगा। चिंता लाहे हमारी, साहिब कह रहे हैं मनुख दी चिंतावां झोरे वाली बिरती गुरु ने खत्म कर दिती, क्योंकि अंदर नाम रस वस गया है। राम रस पिया रे, जेह रस बिसर गए रस और, संसार वाले रस विसर गए, संसार वाले विकार जीवन विचों चले गए। अंदर आनंद बन गया, अंदर खेड़ा बन गया। नानक भगतां सदा विगास, सुनिया दुख पाप का नाश।
क्योंकि गुरु का नाम सुनन दे नाल साहब कह रहे हैं तेरे अंदर दे विकार खत्म हो जाणगे। गुरु का नाम सुनन दे नाल अंदर दे दुख खत्म हो जाणगे। गुरु का नाम सुनन दे नाल अंदर विकास होवेगा। पर भागां वालिओ गुर उपदेश नूं सुन के कोई मनना नहीं चाहुंदा, गुर उपदेश नूं सुन के उस मुताबक असीं चलना नहीं चाहुंदे, तां संसार विच असीं दुखी हाँ। गुरु की सुन के गुरु की मन के गुरु मुताबिक चलीए तो जीवन भी सुखाला हो जाएगा। रहाओ वाले बंद तक सतगुरां ने रहमत की। दो पंक्तियां दे विच सतगुरां ने बख्शा करके समझाया। सतगुरु जी रहमत करन, विचारां करन दे, बाणी पढ़न दे, सेवा करन दी सोझी समत देण जे। होईयां भुल्लां दी खिमा वध तों वध संगतां गुरु चरणां दीआं हाजरियां भरिया करिए। गुरु तो सिੱਖਿਆ लैके जीवन जिउईए ताकि जीवन भी सुखाला हो जाए। संसार विच सुख तां प्राप्त होणगे भागां वालिओ जे गुरु के बाणी नूं अपने जीवन का आधार बना लवांगे, गुरु की बाणी नूं पढ़ां सुना विचारांगे। सतगुरु जी रहमत करन, कीतियां विचारां अपने हिरदियां ते वसा लैणीਆਂ, भुल्लां मेरियां जाण के खिमा कर देनी। सतगुरु जी रहमत करन। सो वध तों वध संगतां